इलैक्शन मोड च मुख मंत्री कैप्टन अमरिंदर सिंह अज नवां शहर ਅਤੇ ਹੁਸ਼ਿਆਰਪੁਰ ਦਾ ਕਰਨਗੇ ਦੌਰਾ। ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਨੂੰ ਵੰਡਣਗੇ ਕਰਜ਼ ਮਾਫੀ ਦੇ ਚੈੱਕ। ਵਿਕਾਸ ਪ੍ਰੋਜੈਕਟਾਂ ਦਾ ਰੱਖਣਗੇ ਨੀਂਹ ਪੱਥਰ। 2022 ਤੋਂ ਆਮ ਆਦਮੀ ਪਾਰਟੀ ਨੇ ਲੋਕਾਂ ਤੋਂ ਮੰਗਿਆ ਫੰਡ। ਪਾਰਟੀ ਦੇ ਪੰਜਾਬ ਪੇਜ ਤੇ ਪੋਰਟਲ ਕੀਤਾ ਗਿਆ ਲਾਂਚ। ਕਿਹਾ ਸਾਫ਼ ਸੁਥਰੀ ਰਾਜਨੀਤੀ ਲਈ ਪਾਰਟੀ ਨੂੰ ਦਿਓ ਦਾਨ। नवजोत सिंह सिद्धू ने सीएम कैप्टन अमरिंदर सिंह ਨੂੰ ਲਿਖੀ ਚਿੱਠੀ। 32 ਕਿਸਾਨ ਜਥੇਬੰਦੀਆਂ ਦੇ ਫੈਸਲੇ ਤੇ ਕਦਮ ਚੁੱਕਣ ਦੀ ਕੀਤੀ ਅਪੀਲ। ਕਿਹਾ ਗਲਤ ਢੰਗ ਦੇ ਨਾਲ ਦਰਜ ਹੋਏ ਮੁਕੱਦਮੇ ਹੋਣ ਰੱਦ। ਵਧਾਇਆ ਜਾਵੇ ਐਮਐਸਪੀ ਦਾ ਦਾਇਰਾ। ਖੁਦ ਚੋਣਾਂ ਲੜਨ ਤੋਂ ਇਨਕਾਰ ਪਰ ਪੰਜਾਬ ਦੇ ਕਿਸਾਨਾਂ ਨੂੰ ਗੁਰਨਾਮ ਚੜੂਣੀ ਨੇ ਦਿੱਤਾ ਸੁਨੇਹਾ। ਮਿਸ਼ਨ ਚਲਾ ਕੇ ਖੋਹ ਲਵੋ ਰਾਜ, ਆਮ ਲੋਕਾਂ ਨੂੰ ਜਿਤਾਉਣ ਦੇ ਲਈ ਕਰੋ ਮਦਦ। सिद्धू के साथी ਨੂੰ कैप्टन की मुफ्त स्कीम से एतराज। कांग्रेस के जनरल सकत्तर प्रगट सिंह बोले बंद होना चाहिए है बसां का मुफ्त सफर, नहीं तो सरकार चलाना हो जाएगा मुश्किल। आने वाले दिनों च पंजाब च गहरा सकता है बिजली का संकट। कोले की कमी ने फिर वधाई चिंता। बिजली घरां दे कोल एक हफ्ते का ही बचिया स्टॉक। बटाला च बाबा नानक दे विआह पुरब दियां रौनकां। अज पाए जाणगे अखंड पाठ दे भोग। विआह दे वांग होवेगा पूरा समागम। संगत हो रही है नतमस्तक। सत श्री अकाल। न्यूज़ 18 पंजाब हरियाणा हिमाचल देख रहे सारे दर्शकों का स्वागत। मैं अमृत वर्दी। बुलेटिन की शुरुआत करते हैं कैप्टन अमरिंदर सिंह दे नाल जो फील्ड दे विच उतरे ने। जी हाँ, इलैक्शन मोड दे विच ने कैप्टन अमरिंदर सिंह ते अज नवां शहर ते हुशियारपुर दा दौरा करनगे। इस दौरे दे दौरान कैप्टन मजदूरां ते बेज़मीने किसानां नूं कर्ज माफी दे चैक वंडणगे। नवां शहर दे विच खेतीबाड़ी कॉलेज दा नींह पत्थर रखिया जावेगा, जबकि हुशियारपुर दे विच सरकारी कॉलेज दा। इस तो इलावा किसान जथेबंदियां दे वल्लों वड्डियां रैली करन तो बचन की सियासतदानों को सलाह दी गई है, जिस दे मद्देनज़र कितना इकट्ठ अज कैप्टन अमरिंदर सिंह के इस दौरे के दौरान देखने को मिलता है, यह भी देखना काफ़ी अहम होगा। पर फिलहाल अज कैप्टन अमरिंदर सिंह फील्ड के विच उतरन जा रहे हैं। लगातार सवाल जो विरोधियों के वलों कैप्टन अमरिंदर सिंह ते खड़े किए जाते हैं कि कैप्टन अपने महल तो बाहर नहीं निकलते, कैप्टन लोगों के नाल रूबरू नहीं होंगे। तो हुण क्योंकि चोणों के लिए ज़्यादा समा नहीं बचा है, तो कैप्टन अमरिंदर सिंह ने भी जो कमर कस ली है। कैप्टन अमरिंदर सिंह अज मैदान के उतरन जा रहे हैं। इलैक्शन मोड के ने कैप्टन अमरिंदर सिंह नवां शहर ਅਤੇ ਹੁਸ਼ਿਆਰਪੁਰ ਦਾ ਉਹਨਾਂ ਦਾ ਦੌਰਾ ਹੈ। ਦੌਰੇ ਦੇ ਮੱਦੇਨਜ਼ਰ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ। ਪ੍ਰਸ਼ਾਸਨ ਦੇ ਵੱਲੋਂ ਵੀ ਪੂਰੇ ਪ੍ਰਬੰਧ ਕਰ ਲਏ ਗਏ ਨੇ। ਅੱਜ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਬੇਜ਼ਮੀਨੇ ਕਿਸਾਨਾਂ ਨੂੰ ਜੋ ਹੈ ਉਹ ਕਰਜ਼ਾ ਮਾਫੀ ਦੇ ਚੈੱਕ ਵੰਡੇ ਜਾਣਗੇ ਤੇ ਹੁਸ਼ਿਆਰਪੁਰ ਦੇ ਵਿੱਚ ਸਰਕਾਰੀ ਕਾਲਜ ਦਾ ਨੀਂਹ ਪੱਥਰ ਵੀ ਇਸ ਦੌਰਾਨ ਰੱਖਿਆ ਜਾਵੇਗਾ। ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਦਾ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਦੌਰਾ ਹੈ। नवां शहर ਅਤੇ ਹੁਸ਼ਿਆਰਪੁਰ ਜਾਣਗੇ। ਨਵਾਂ ਸ਼ਹਿਰ ਦੇ ਵਿੱਚ ਖੇਤੀਬਾੜੀ ਕਾਲਜ ਦਾ ਨੀਂਹ ਪੱਥਰ ਰੱਖਣਗੇ ਕੈਪਟਨ ਅਮਰਿੰਦਰ ਸਿੰਘ ਅਤੇ ਇਸ ਤੋਂ ਇਲਾਵਾ ਸਰਕਾਰੀ ਕਾਲਜ ਦਾ ਨੀਂਹ ਪੱਥਰ ਹੁਸ਼ਿਆਰਪੁਰ ਦੇ ਵਿੱਚ ਰੱਖਿਆ ਜਾਵੇਗਾ। ਨਵਾਂ ਸ਼ਹਿਰ ਦੇ ਵਿੱਚ ਕਰਜ਼ ਮਾਫੀ ਦੇ ਚੈੱਕ ਵੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਵੰਡੇ ਜਾਣਗੇ ਤੇ ਉਸ ਦੇ ਨਾਲ ਹੀ ਨਵਾਂ ਸ਼ਹਿਰ ਦੇ ਵਿੱਚ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕਰਜ਼ਾ ਮਾਫੀ ਦੇ ਚੈੱਕ ਦਿੱਤੇ ਜਾਣਗੇ। ਤਾਂ ਇਲੈਕਸ਼ਨ ਮੋਡ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅੱਜ ਨਵਾਂ ਸ਼ਹਿਰ ਜਾਣਗੇ। ਇਸ ਤੋਂ ਇਲਾਵਾ ਹੁਸ਼ਿਆਰਪੁਰ ਜਾਣਗੇ। ਪਿੰਡ ਮੁਖਲਿਆਣਾ ਦੇ ਵਿੱਚ ਸਰਕਾਰੀ ਕਾਲਜ ਦਾ ਨੀਂਹ ਪੱਥਰ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਰੱਖਿਆ ਜਾਵੇਗਾ ਤੇ ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਵਿੱਚ ਕਰਜ਼ ਮਾਫੀ ਦੇ ਚੈੱਕ ਵੀ ਵੰਡਣਗੇ ਕੈਪਟਨ ਅਮਰਿੰਦਰ ਸਿੰਘ। ਪੰਕਜ ਕਪਾਹੀ ਸਾਡੇ ਸਹਿਯੋਗੀ ਜ਼ਿਆਦਾ ਜਾਣਕਾਰੀ ਲਈ ਜੁੜੇ ਨੇ। ਸਿੱਧਾ ਰੁਖ ਕਰਦੇ ਹਾਂ ਤਾਂ ਪੰਕਜ, ਕਿਉਂਕਿ ਸਮਾਂ ਜ਼ਿਆਦਾ ਨਹੀਂ ਰਹਿ ਗਿਆ ਹੈ ਤੇ ਇਸ ਲਈ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਮਰ ਕੱਸ ਲਈ ਹੈ, ਮੈਦਾਨ 'ਚ ਨਿਤਰਨ ਜਾ ਰਹੇ ਨੇ। ਕੀ ਕੁਝ ਜਾਣਕਾਰੀ ਹੈ? ਕੀ ਪੂਰਾ ਪ੍ਰੋਗਰਾਮ ਅੱਜ ਦਾ? ਕਦੋਂ ਨਵਾਂ ਸ਼ਹਿਰ ਪਹੁੰਚ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਤੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਪਹੁੰਚ ਰਹੇ ਨੇ? ਔਰ ਕਿਉਂਕਿ 2017 ਦੇ ਵਿੱਚ ਸਭ ਤੋਂ ਵੱਡਾ ਵਾਅਦਾ ਸੀਗਾ ਕਿ ਕਿਸਾਨਾਂ ਦਾ ਮਜ਼ਦੂਰਾਂ ਦਾ ਕਰਜ਼ ਮਾਫ ਕੀਤਾ ਜਾਏਗਾ, ਤਾਂ ਅਜਿਹੇ 'ਚ ਲਗਾਤਾਰ ਸਰਕਾਰ ਹਰ ਸਾਲ ਕਿਸਾਨਾਂ ਦਾ ਕਰਜ਼ ਮਾਫ ਜਿਹੜੀ ਹੈ ਉਹ ਕਰਦੀ ਹੈ। ਔਰ ਇਸ ਵਾਰ ਵੀ ਮਜ਼ਦੂਰਾਂ ਦਾ ਕਰਜ਼ ਜਿਹੜਾ ਉਹ ਮਾਫ ਕਰਨ ਦੇ ਲਈ ਕੈਪਟਨ ਅਮਰਿੰਦਰ ਸਿੰਘ ਚੈੱਕ ਜਿਹੜੇ ਨੇ ਮਜ਼ਦੂਰਾਂ ਨੂੰ ਵੰਡਣਗੇ। 11:30 ਵਜੇ ਦੇ ਕਰੀਬ ਪਹੁੰਚਣਗੇ। ਇਸ ਤੋਂ ਇਲਾਵਾ ਕਿਉਂਕਿ ਚੁਣਾਵੀ ਸਾਲ ਹੈ ਔਰ ਲਗਾਤਾਰ ਇਹ ਕਿਹਾ ਜਾਂਦਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਲੋਕਾਂ 'ਚ ਵਿਚਰਦੇ ਘੱਟ ਨੇ, ਵਰਕਰਾਂ 'ਚ ਘੱਟ ਵਿਚਰਦੇ ਨੇ, ਤਾਂ ਹੁਣ ਜਦੋਂ ਕੋਵਿਡ ਦੇ ਕੇਸ ਘਟੇ ਨੇ ਤਾਂ ਵੀਡੀਓ ਕਾਨਫਰੰਸਿੰਗ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਖੁਦ
ਗਰਾਊਂਡ ਤੇ ਜਾ ਕੇ ਜਿਹੜਾ ਵਾ ਉਹ ਆਪਣੇ ਸਰਕਾਰ ਦੇ ਕੰਮਕਾਜ ਅੱਗੇ ਵਧਾ ਰਹੇ ਨੇ। ਔਰ ਇਸੇ ਦੇ ਤਹਿਤ ਅੱਜ ਨਵਾਂ ਸ਼ਹਿਰ ਦੇ ਵਿੱਚ ਜਿਹੜਾ ਇੱਕ ਵੱਡਾ ਵਾਅਦਾ ਸੀਗਾ ਕਿ ਜਿਹੜਾ ਵਾ ਕਰਜ਼ ਮਾਫੀ ਦੇ ਜਿਹੜੇ ਨੇ ਉਹ ਕੀਤੇ ਜਾਣਗੇ, ਤਾਂ ਮਜ਼ਦੂਰਾਂ ਦਾ ਕੀਤਾ ਜਾ ਰਿਹਾ। ਥੋੜੀ ਦੇਰ ਬਾਅਦ ਕੈਪਟਨ ਅਮਰਿੰਦਰ ਸਿੰਘ 11:30 ਵਜੇ ਦੇ ਕਰੀਬ ਨਵਾਂ ਸ਼ਹਿਰ ਪਹੁੰਚ ਰਹੇ ਨੇ। ਉਸ ਤੋਂ ਬਾਅਦ ਦੁਪਹਿਰ 1 ਵਜੇ ਦੇ ਕਰੀਬ ਹੁਸ਼ਿਆਰਪੁਰ ਵੀ ਇਸੇ ਤਰੀਕੇ ਦੇ ਨਾਲ ਕਰਨਗੇ ਔਰ ਕਾਲਜ ਦਾ ਵੀ ਨੀਂਹ ਪੱਥਰ ਜਿਹੜਾ ਵਾ ਉਹ ਰੱਖਿਆ ਜਾਏਗਾ। ਤਾਂ ਅਜਿਹੇ 'ਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਕੱਲ ਇੱਕ ਚਿੱਠੀ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਸੀਗੀ ਕਿ ਜਿਹੜਾ ਵਾ ਬਕਾਇਦਾ ਤੌਰ ਤੇ ਜਿਹੜੇ ਕਿਸਾਨਾਂ ਦੀਆਂ ਮੰਗਾਂ ਨੇ ਉਸ ਦੇ ਵਿੱਚ ਇੱਕ ਮੰਗ ਇਹ ਵੀ ਹੈ ਕਿ ਜਿਹੜੇ ਪਰਚੇ ਦਰਜ ਹੋਏ ਨੇ ਉਹਨਾਂ ਨੂੰ ਉਹਨਾਂ ਨੂੰ ਰੱਦ ਕੀਤਾ ਜਾਵੇ। ਤਾਂ ਉਸ ਤੇ ਕੈਪਟਨ ਅਮਰਿੰਦਰ ਸਿੰਘ ਕੀ ਕੁਝ ਕਹਿੰਦੇ ਨੇ ਔਰ ਕਿਸ ਤਰੀਕੇ ਦਾ ਪ੍ਰੋਗਰਾਮ ਰਹਿੰਦਾ ਵਾ, ਕਿਉਂਕਿ ਚੁਣਾਵੀ ਸਾਲ ਹੈ ਔਰ ਚੁਣਾਵੀ ਸਾਲ ਦੇ ਵਿੱਚ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਵੱਧ ਤੋਂ ਵੱਧ ਆਪਣੇ ਕੰਮ ਜਿਹੜੇ ਨੇ ਉਹ ਮੁਕਾਏ ਜਾਣ। ਕਿਉਂਕਿ ਇਸ ਤੋਂ ਪਹਿਲਾਂ ਕੈਪਟਨ ਹੋਰ ਗੱਲ ਜਾਨਣਾ ਚਾਹਾਂਗੇ, ਤਸਵੀਰਾਂ ਜਿਸ ਤਰ੍ਹਾਂ ਦੀਆਂ ਅਸੀਂ ਦੇਖੀਆਂ ਨੇ ਕਿ ਪ੍ਰੋਗਰਾਮ ਵਾਲੀ ਥਾਂ ਤੇ ਪੂਰੀਆਂ ਤਿਆਰੀਆਂ ਕਰ ਰਹੀਆਂ ਗਈਆਂ ਨੇ। ਬਕਾਇਦਾ ਟੈਂਟ ਲਾ ਕੇ ਇੱਕ ਪੰਡਾਲ ਤਿਆਰ ਕੀਤਾ ਗਿਆ, ਜਿਸ ਤੋਂ ਲੱਗ ਰਿਹਾ ਹੈ ਕਿ ਅੱਜ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਵੀ ਪਹੁੰਚਣਗੇ, ਪਰ ਕੋਈ ਅੰਦਾਜ਼ਾ ਹੈ ਕਿ ਕਿੰਨੇ ਲੋਕਾਂ ਦੇ ਪਹੁੰਚਣ ਦਾ ਅਨੁਮਾਨ ਹੈ, ਕਿਉਂਕਿ ਸਿੱਧੇ ਤੌਰ ਤੇ ਕਿਸਾਨਾਂ ਦੇ ਵੱਲੋਂ ਜ਼ਿਆਦਾ ਇਕੱਠ ਤੋਂ ਮਨਾਹੀ ਕੀਤੀ ਗਈ ਹੈ। ਉਹ ਸਾਰੀਆਂ ਹੀ ਪਾਰਟੀਆਂ, ਫਿਰ ਚਾਹੇ ਕਾਂਗਰਸ ਹੀ ਕਿਉਂ ਨਾ ਹੋਵੇ, ਲੱਗਦਾ ਕਿ ਕਾਂਗਰਸ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖ ਰਹੀ ਹੈ। ਦੇਖੋ ਇਸ ਵੇਲੇ ਕਿਉਂਕਿ ਜਿਸ ਜਗ੍ਹਾ ਤੇ ਪ੍ਰੋਗਰਾਮ ਹੈ ਉੱਥੇ ਥੋੜੀ ਸਿਗਨਲ ਦੀ ਇਸ਼ੂ ਹੈ, ਤਕਰੀਬਨ ਥੋੜੀ ਦੇਰ ਬਾਅਦ ਉੱਥੇ ਵੀ ਜਾਣ ਦੀ ਕੋਸ਼ਿਸ਼ ਕਰਾਂਗੇ। ਔਰ ਇਸ ਦੇ ਨਾਲ ਕਿਉਂਕਿ ਮੁੱਖ ਮੰਤਰੀ ਜਦੋਂ ਆਉਂਦੇ ਨੇ ਤਾਂ ਸਿਕਿਉਰਿਟੀ ਪੱਖੋਂ ਵੀ ਪੂਰੇ ਇੰਤਜ਼ਾਮ ਕੀਤੇ ਜਾਂਦੇ ਨੇ। ਔਰ ਇਸ ਦੇ ਨਾਲ ਕਿਉਂਕਿ ਕਿਸਾਨ ਲਗਾਤਾਰ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਕੋਈ ਵੀ ਪਾਰਟੀ ਹੋਵੇ, ਜਦੋਂ ਤੱਕ ਅੰਦੋਲਨ ਚੱਲ ਰਿਹਾ ਹੈ ਉਹ ਕੋਈ ਵੀ ਰੈਲੀਆਂ ਜਾਂ ਪ੍ਰੋਗਰਾਮ ਨਾ ਰੱਖਣ। ਤਾਂ ਇਸੇ ਦੇ ਤਹਿਤ ਜ਼ਿਆਦਾ ਇਕੱਠ ਨਹੀਂ ਕੀਤਾ ਗਿਆ, ਕੋਵਿਡ ਦੇ ਵੀ ਗਾਈਡਲਾਈਨ ਨੂੰ ਖਿਆਲ ਰੱਖਿਆ ਗਿਆ, ਜ਼ਿਆਦਾ ਇਕੱਠ ਨਹੀਂ ਕੀਤਾ ਗਿਆ। ਔਰ 2 ਪ੍ਰੋਗਰਾਮ ਨੇ ਅੱਜ ਨਵਾਂ ਸ਼ਹਿਰ ਦੇ ਵਿੱਚ, ਇਸ ਤੋਂ ਇਲਾਵਾ ਹੁਸ਼ਿਆਰਪੁਰ ਜਾਣਗੇ। ਵਰਕਰਾਂ ਦੇ ਨਾਲ ਵੀ ਗੱਲਬਾਤ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਕਰਦੇ ਹੋਏ ਨਜ਼ਰ ਆਉਣਗੇ। बिल्कुल पंकज, तो फिलहाल होर अपडेट लवांगे कुछ देर बाद। शुक्रिया इस तमाम जानकारी के लिए। तो फिलहाल कैप्टन अमरिंदर सिंह अज नवां शहर पहुंचणगे 11:30 वजे के करीब, तो उस तो बाद 1 वजे के करीब का समा हुशियारपुर पहुंचण का रखा गया है, क्योंकि दूरी भी नवां शहर और हुशियारपुर की जेकर गल की जाए तो करीब 1.5 घंटे का सफ़र, घंटे तो 1.5 घंटे का समा लगता है हुशियारपुर पहुंचने के लिए नवां शहर तो। इलैक्शन मोड के सीएम कैप्टन अमरिंदर सिंह अज हुशियारपुर पहुंच के बेजमीने किसानों ते खेत मजदूरों को चैक देंगे। इस तो इलावा हुशियारपुर के सरकारी कॉलेज का नींह पत्थर रखा जाएगा। 70 लाभपात्रियों को कैप्टन अमरिंदर सिंह चैक देंगे। तो उस तो पहला नवां शहर के भी कैप्टन अमरिंदर सिंह का प्रोग्राम है। उधर गल करते हैं नवजोत सिंह सिद्धू की, जिन्होंने सीएम कैप्टन अमरिंदर सिंह नूं खत लिखिया है, पत्र लिखिया है ते किसानां दी मंगां ते कदम चुकण दी अपील की है। सिद्धू ने मंग की है कि किसानां ते दर्ज गलत मुकदमे रद्द होण ते सूबे दे विच MSP दा दायरा वधाया जाए। सिद्धू ने कहा कि किसी भी कीमत ते खेती कानून लागू ना होण दिते जाण। तां नवजोत सिंह सिद्धू दे वल्लों कैप्टन अमरिंदर सिंह नूं चिट्ठी लिखी गई है। इस चिट्ठी दे विच नवजोत सिंह सिद्धू ने किसानां दीआं मंगां ते कदम चुकण दी अपील की है ते इह कहा है कि किसी भी कीमत ते खेती कानून जो लागू ना होण दिते जाण, किसानां ते दर्ज गलत मुकदमे रद्द होण, MSP दा दायरा सूबे दे विच वधाया जाए। तां नवजोत सिंह सिद्धू दे वल्लों इह चिट्ठी कैप्टन अमरिंदर सिंह नूं लिखी गई है। अपनी चिट्ठी दे विच की कुछ लिखिया है नवजोत सिंह सिद्धू ने, वो भी तुहानूं दसदे हां। सिद्धू दे वल्लों जो चिट्ठी लिखी गई है उस दे विच उन्हां लिखिया, 32 किसान जथेबंदियां दे वल्लों चुके मुद्दिआं नूं तुहाडे ध्यान दे विच लिआउणा चाहुंदा हां ते जरूरी एक्शन लैण दी बेनती करदा हां। पहली मंग है कि किसानों खिलाफ नाजायज़ और निराधार तौर पर दर्ज हुए परचे रद्द किए जाने चाहिए ने ते सरकार इस दे लई कोई ढंग तरीका अपना सकती है। दूजा, किसानों के अंदर फसल खरीद तो पहला लैंड रिकॉर्ड यानी फर्द की जो शर्त रखी है उस दे करके डर है। मैं निजी तौर पर भी मानता हाँ कि यह नाजायज़ शर्त है तो केंद्र के वल्लों दिता गया बेइंसाफी वाला हुक्म है, क्योंकि साझा मुस्तरफा खाता होने करके मालकी का क्लीयर रिकॉर्ड नहीं है। यह शर्त ठेके ते जमीन लैके खेती करने वाले किसानों के खिलाफ है, जबकि बहुत सारे जमीन मालिक विदेशों के विच रहिंदे ने। इस तो इलावा फर्द वाली यह शर्त किसानों को APMC मंडी तो दूर तक देवेगी, क्योंकि प्राइवेट मंडी च इस तरह की कोई बंदिश नहीं होगी। इस बेइंसाफी के खिलाफ लड़ना जरूरी है। असीं किसानों के लिए बहुत कुछ किया है तो सानू इस तो भी वध करन दी जरूरत है। पंजाब ने 2021-22 ਲਈ अपने बजट का 10.9% हिस्सा खेतीबाड़ी ਲਈ ਰੱਖਿਆ, जबकि दूजे सूबਿਆਂ ਦੇ ਵਿੱਚ हिस्सा 6.3% है।
ਅਸੀਂ 5810 ਕਰੋੜ ਦੀ ਕਰਜ਼ ਮਾਫੀ ਦਿੱਤੀ। ਇਸ ਤੋਂ ਇਲਾਵਾ 520 ਕਰੋੜ ਰੁਪਏ ਹੋਰ ਕਰਜ਼ ਮਾਫੀ ਲਈ ਜਾਰੀ ਕੀਤੇ, ਪਰ ਸਾਨੂੰ ਇਸ ਤੋਂ ਵੀ ਵੱਧ ਕਰਨਾ ਚਾਹੀਦਾ ਹੈ। ਅਸੀਂ ਕਿਸੇ ਵੀ ਕੀਮਤ ਤੇ 3 ਖੇਤੀ ਕਾਨੂੰਨ ਸੂਬੇ 'ਚ ਲਾਗੂ ਨਾ ਹੋਣ ਦਈਏ। ਪੰਜਾਬ ਸਰਕਾਰ ਨੂੰ ਨਿਗਮਾਂ ਦੇ ਰਾਹੀਂ ਦਾਲਾਂ ਤੇ ਤੇਲ ਬੀਜਾਂ ਦੀ ਖਰੀਦ ਕਰਨੀ ਚਾਹੀਦੀ ਹੈ, ਜਿਨ੍ਹਾਂ ਤੇ ਖੇਤੀਬਾੜੀ ਕੀਮਤਾਂ ਦੇ ਭਾਅ ਕਮਿਸ਼ਨ ਦੇ ਵੱਲੋਂ MSP ਐਲਾਨੀ ਜਾਂਦੀ ਹੈ। ਖੇਤੀ ਵਿਭਿੰਨਤਾ ਦੇ ਲਈ ਹੋਰ ਫਸਲਾਂ ਤੇ MSP ਦੇਣੀ ਚਾਹੀਦੀ ਹੈ। ਕੋਆਪਰੇਟਿਵ ਸੰਸਥਾਵਾਂ ਦੀ ਮਦਦ ਦੇ ਨਾਲ ਸਟੋਰੇਜ ਸਮਰੱਥਾ ਕਿਸਾਨਾਂ ਦੇ ਹੱਥ ਦੇ ਕੇ ਕਾਰਪੋਰੇਟਸ ਤੇ ਨਿਰਭਰਤਾ ਘਟਾਉਣੀ ਚਾਹੀਦੀ ਹੈ। ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਕਾਂਗਰਸ ਦਾ ਨਵਜੋਤ ਸਿੰਘ ਸਿੱਧੂ ਦੀ ਇਹ ਚਿੱਠੀ ਬੜੀ ਦਿਲਚਸਪ ਹੈ। ਇਸ ਚਿੱਠੀ ਦੇ ਜ਼ਰੀਏ ਨਵਜੋਤ ਸਿੰਘ ਸਿੱਧੂ ਨੇ ਸਿਰਫ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਕਦਮ ਚੁੱਕਣ ਦੀ ਅਪੀਲ ਨਹੀਂ ਕੀਤੀ ਹੈ, ਬਲਕਿ ਆਪਣੀ ਸਰਕਾਰ ਦੀ ਤਾਰੀਫ ਕਰਦੇ ਨਜ਼ਰ ਆਏ ਨੇ। ਨਵਜੋਤ ਸਿੰਘ ਸਿੱਧੂ ਜੋ ਆਪਣੀ ਸਰਕਾਰ ਦੇ ਖਿਲਾਫ ਅਕਸਰ ਝੰਡਾ ਲੈ ਕੇ ਖੜੇ ਹੁੰਦੇ ਨੇ, ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੀ ਤਲਖੀ ਬਰਕਰਾਰ ਰਹਿੰਦੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਨਾਲ, ਉਹ ਸਰਕਾਰ ਦੇ ਕੰਮਾਂ ਦੀ ਸ਼ਲਾਘਾ ਕਰਦੇ ਆਏ ਨੇ ਇਸ ਚਿੱਠੀ ਦੇ ਵਿੱਚ ਨਜ਼ਰ ਕਿ ਅਸੀਂ ਬੜਾ ਕੁਝ ਕੀਤਾ ਹੈ, ਸਾਡੀ ਸਰਕਾਰ ਨੇ ਬੜਾ ਕੁਝ ਕੀਤਾ ਹੈ ਜੋ ਸ਼ਲਾਘਾਯੋਗ ਹੈ। ਬਾਕੀ ਸੂਬਿਆਂ ਦੇ ਨਾਲੋਂ ਜੋ ਦਰ ਹੈ ਉਹ ਵੀ ਕਾਫੀ ਜ਼ਿਆਦਾ ਹੈ, ਫੀਸਦ ਕਾਫੀ ਜ਼ਿਆਦਾ ਹੈ, ਪਰ ਸਾਨੂੰ ਹੋਰ ਵੀ ਅੱਗੇ ਕੁਝ ਕਰਨ ਦੀ ਲੋੜ ਹੈ। ਤੇ ਗੱਲ ਕਰਦੇ ਹਾਂ ਕਿਸਾਨ ਜ਼ਾਬਤੇ ਦੀ, ਜਿਸ ਤੇ ਹੁਣ ਵਿਵਾਦ ਖੜਾ ਹੋ ਗਿਆ ਹੈ। ਉਗਰਾਹਾਂ ਜੋਗਿੰਦਰ ਸਿੰਘ ਉਗਰਾਹਾਂ ਕਹਿੰਦੇ ਨੇ ਕਿ ਅਸੀਂ ਸਿਰਫ ਬੀਜੇਪੀ ਦਾ ਵਿਰੋਧ ਕਰਾਂਗੇ, ਬਾਕੀ ਪਾਰਟੀਆਂ ਨੂੰ ਉਸ ਕੈਟਾਗਰੀ ਦੇ ਵਿੱਚ ਨਹੀਂ ਰੱਖਾਂਗੇ। ਵੱਡੀ ਲੜਾਈ ਬੀਜੇਪੀ ਦੇ ਖਿਲਾਫ ਹੈ, ਬਾਕੀਆਂ ਨੂੰ ਪ੍ਰਚਾਰ ਤੋਂ ਬਚਣ ਦੀ ਸਲਾਹ ਵੀ ਦੇਵਾਂਗੇ। 32 ਕਿਸਾਨ ਜਥੇਬੰਦੀਆਂ ਨੇ ਵੱਡੀਆਂ ਰੈਲੀਆਂ ਤੋਂ ਬਚਣ ਦੀ ਕਿਸਾਨਾਂ ਦੇ ਵੱਲੋਂ ਸਲਾਹ ਦਿੱਤੀ ਗਈ ਹੈ। 32 ਕਿਸਾਨ ਜਥੇਬੰਦੀਆਂ ਨੇ, ਪਰ 32 ਕਿਸਾਨ ਜਥੇਬੰਦੀਆਂ ਨੇ ਜਿੱਥੇ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਰੈਲੀਆਂ ਕਰਨ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ ਤੇ ਕਿਹਾ ਹੈ ਕਿ ਕੋਈ ਵੀ ਪਾਰਟੀ, ਚਾਹੇ ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਜਾਂ ਬੀਜੇਪੀ, ਕੋਈ ਰੈਲੀ ਨਾ ਕਰੇ ਉਦੋਂ ਤੱਕ ਜਦੋਂ ਤੱਕ ਚੋਣ ਕਮਿਸ਼ਨ ਦੇ ਵੱਲੋਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਵੱਡੇ ਇਕੱਠ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਪਰ ਜੋਗਿੰਦਰ ਸਿੰਘ ਉਗਰਾਹਾਂ ਥੋੜੇ ਵੱਖਰੇ ਨਜ਼ਰ ਆ ਰਹੇ ਨੇ। ਜੋਗਿੰਦਰ ਸਿੰਘ ਉਗਰਾਹਾਂ ਕਹਿੰਦੇ ਨੇ ਅਸੀਂ ਬਾਕੀ ਪਾਰਟੀਆਂ ਨੂੰ ਉਸ ਕੈਟਾਗਰੀ 'ਚ ਨਹੀਂ ਰੱਖਾਂਗੇ, ਸਿਰਫ ਬੀਜੇਪੀ ਦਾ ਵਿਰੋਧ ਕਰਾਂਗੇ ਕਿਉਂਕਿ ਵੱਡੀ ਲੜਾਈ ਬੀਜੇਪੀ ਦੇ ਖਿਲਾਫ ਹੈ। ਚੋਣਾਂ ਦੇ ਵਿੱਚ ਅਸੀਂ ਬੀਜੇਪੀ ਦਾ ਪੰਜਾਬ ਦੇ ਵਿੱਚ ਪੂਰਾ ਵਿਰੋਧ ਕਰਾਂਗੇ। ਜਿੱਥੇ ਵੀ ਆਉਣਗੇ ਉਹਨਾਂ ਨੂੰ ਵੜਨ ਨਹੀਂ ਦੇਵਾਂਗੇ, ਪਿੰਡਾਂ 'ਚ ਉਹਨਾਂ ਨੂੰ ਘਰਾਓ ਵੀ ਕਰਾਂਗੇ ਉਹਨਾਂ ਦੇ, ਕਿਉਂਕਿ ਬੀਜੇਪੀ ਦੀ ਸਰਕਾਰ ਕੇਂਦਰ ਦੇ ਵਿੱਚ ਹੈ। ਕੇਂਦਰ ਸਰਕਾਰ 3 ਕਾਲੇ ਕਾਨੂੰਨ ਵਾਪਸ ਨਹੀਂ ਲੈ ਜੀ। ਇਹ ਵਿਰੋਧ 'ਚੋਂ ਬੀਜੇਪੀ ਨੂੰ ਅਸੀਂ ਇਸ ਨਿਸ਼ਾਨੇ ਤੇ ਰੱਖਾਂ। ਜਿਹੜੀਆਂ ਦੂਜੀਆਂ ਉੱਥੇ ਵਿਰੋਧੀ ਪਾਰਟੀਆਂ ਨੇ, ਭਾਵੇਂ ਕਿਰਦਾਰ ਉਹਨਾਂ ਦਾ ਇਹਨਾਂ ਵਰਗਾ ਹੀ ਆ, ਪਰ ਉਹਨਾਂ ਨੂੰ ਅਸੀਂ ਇਸ ਕਟਹਿਰੇ 'ਚ ਨਹੀਂ ਰੱਖਾਂਗੇ। ਉਹਨਾਂ ਦੀਆਂ ਚੋਣ ਰੈਲੀਆਂ ਦੇ ਵਿੱਚ ਬਾਈਕਾਟ ਕਰਨ ਦਾ ਸੱਦਾ ਦੇਵਾਂਗੇ ਤੇ ਉਹ ਜਿੰਨਾ ਚਿਰ ਇਹ ਮੋਰਚੇ ਫਤਿਹ ਨਹੀਂ ਹੁੰਦੇ ਉਹਨਾਂ ਚਿਰ ਤੱਕ ਉਹ ਚੋਣ ਰੈਲੀਆਂ ਨਾ ਕਰਨ। ਇਹ ਗੱਲ ਵੀ ਅਸੀਂ ਪਿੰਡਾਂ ਦੀਆਂ ਸੱਥਾਂ 'ਚ ਤਾਂ ਜੋਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਸਿਰਫ ਬੀਜੇਪੀ ਦਾ ਵਿਰੋਧ ਕਰਾਂਗੇ ਕਿਉਂਕਿ ਵੱਡੀ ਲੜਾਈ ਸਾਡੀ ਬੀਜੇਪੀ ਦੇ ਖਿਲਾਫ ਹੈ, ਬਾਕੀਆਂ ਨੂੰ ਅਸੀਂ ਇਸ ਕੈਟਾਗਰੀ ਦੇ ਵਿੱਚ ਨਹੀਂ ਰੱਖਦੇ। ਹਾਲਾਂਕਿ ਬਾਕੀ ਪਾਰਟੀਆਂ ਨੂੰ ਵੀ ਉਹਨਾਂ ਨੇ ਪ੍ਰਚਾਰ ਕਰਨ ਤੋਂ ਬਚਣ ਦੀ ਸਲਾਹ ਜ਼ਰੂਰ ਦਿੱਤੀ ਹੈ। ਉਧਰ ਅਕਾਲੀ ਦਲ ਦੇ ਆਗੂ ਮਹੇਸ਼ਿੰਦਰ ਸਿੰਘ ਗਰੇਵਾਲ ਨੇ ਜੋਗਿੰਦਰ ਸਿੰਘ ਉਗਰਾਹਾਂ ਦੇ ਉਸ ਬਿਆਨ ਦਾ ਸਵਾਗਤ ਕੀਤਾ ਹੈ ਜਿਸ ਵਿੱਚ ਉਹਨਾਂ ਸਿਰਫ ਬੀਜੇਪੀ ਦੇ ਵਿਰੋਧ ਦੀ ਗੱਲ ਆਖੀ ਹੈ। ਇਸ ਦੇ ਨਾਲ ਹੀ ਉਹਨਾਂ 32 ਕਿਸਾਨ ਜਥੇਬੰਦੀਆਂ ਦੇ ਵੱਲੋਂ ਰੈਲੀਆਂ ਤੇ ਲਾਈ ਪਾਬੰਦੀ ਤੇ ਵੀ ਇਸ਼ਾਰਿਆਂ 'ਚ ਸਵਾਲ ਖੜੇ ਕੀਤੇ ਨੇ। ਮੈਂ ਸਮਝਦਾ ਕਿ ਉਹਨਾਂ ਦਾ ਬਿਆਨ ਬਹੁਤ ਧਰਤੀ ਨਾਲ ਜੁੜਿਆ ਹੋਇਆ ਬਿਆਨ ਹੈ, ਸੱਚਾਈ ਵਾਲਾ ਬਿਆਨ ਹੈ। ਉਹਨਾਂ ਨੇ ਸਪਸ਼ਟ ਇਹ ਗੱਲ ਕੀਤੀ ਹੈ ਉਗਰਾਹਾਂ ਸਾਹਿਬ ਨੇ ਕਿ ਜਿਹੜੀਆਂ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਤੋਂ ਬਿਨਾਂ ਜੇ ਕਿਸਾਨ ਜਥੇਬੰਦੀਆਂ ਉਹਨਾਂ ਦਾ ਵੀ ਵਿਰੋਧ ਕਰਨਗੀਆਂ ਤੇ ਫਿਰ ਮੈਂ ਵੀ ਕਾਲੀ ਭੇਡ ਵੀ ਕਾਲੀ ਵਾਲੀ ਗੱਲ ਹੋਊਗੀ ਤੇ ਚੰਗੇ ਤੇ ਮਾੜੇ ਦਾ ਫਰਕ ਕੋਈ ਨਹੀਂ ਹੈ। ਉਹ ਕਹਿੰਦੇ ਦੂਸਰੀਆਂ ਪਾਰਟੀਆਂ ਨਾਲ ਹੋ ਸਕਦਾ ਸਾਡੇ ਕਈ ਗੱਲਾਂ ਤੇ ਸਾਂਝ ਨਾ ਹੋਵੇ, ਪਰ ਅੱਜ ਉਹ ਸਾਡੀ ਮਦਦ ਕਰ ਰਹੀਆਂ ਨੇ ਤੇ ਉਹ ਵੀ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਲੜ ਰਹੀਆਂ ਨੇ। ਜਿਹੜੀ ਸਭ ਤੋਂ ਵੱਡੀ ਉਹਨਾਂ ਨੇ ਗੱਲ ਕਹੀ ਹੈ, ਮੈਂ ਸਮਝਦਾ ਕਿ ਜਿਹੜੇ ਸਾਡੇ ਕੋਲ ਇੱਥੇ ਧਰਨਿਆਂ 'ਚ ਆ ਕੇ ਬੈਠ ਰਹੇ ਨੇ ਉਹਦੇ ਵਿੱਚ ਅਕਾਲੀ ਸੋਚ ਵਾਲੇ ਵੀ ਆ ਰਹੇ ਆ, ਹੋਰ ਪਾਰਟੀਆਂ ਦੀ ਸੋਚ ਵਾਲੇ ਵੀ ਆ ਰਹੇ ਆ। ਜੇ ਅਸੀਂ ਐਂ ਲੀਕ ਖਿੱਚਾਂਗੇ
ਤਾਂ ਇਹ ਬਹੁਤ ਹੀ ਬਦਕਿਸਮਤ ਵਾਲੀ ਗੱਲ ਹੋਊਗੀ। ਸਾਨੂੰ ਜਿਨ੍ਹਾਂ ਨੇ ਵੱਖ-ਵੱਖ ਮਸਲੇ ਉਠਾਉਣੇ ਆ, ਅੱਜ ਬੇਰੁਜ਼ਗਾਰ ਨੌਜਵਾਨ ਦਾ ਵੀ ਮਸਲਾ ਚੱਲ ਰਿਹਾ ਹੈਗਾ, ਮੁਲਾਜ਼ਮਾਂ ਦਾ ਵੀ ਮਸਲਾ ਚੱਲ ਰਿਹਾ ਹੈਗਾ, ਦਲਿਤਾਂ ਦਾ ਵੀ ਮਸਲਾ ਚੱਲ ਰਿਹਾ ਹੈਗਾ, ਕਿਸਾਨੀ ਦੇ ਕਰਜ਼ੇ ਦੀ ਵੀ ਗੱਲ ਚੱਲ ਰਹੀ ਹੈਗੀ ਆ। ਤੇ ਇਹ ਸਾਰੀਆਂ ਗੱਲਾਂ ਫਿਰ ਜੇ ਪੋਲੀਟੀਕਲ ਬੰਦੇ ਆ ਕੇ ਸਟੇਜਾਂ 'ਤੇ ਨਹੀਂ ਕਰਨਗੇ, ਕਿਸੇ ਤਰ੍ਹਾਂ ਇਹ ਇਸ ਗੱਲ ਦੀ ਭਿਣਕ ਦਿੰਦਾ ਹੈ ਕਿ ਇਹ ਜਿਵੇਂ ਸਰਕਾਰ ਨੂੰ ਬਚਾਉਣ ਦਾ ਯਤਨ ਹੈ ਇਹਦੇ ਇਸ ਫੈਸਲੇ ਨਾਲ, ਕਿਉਂਕਿ ਜਦ ਪੋਲੀਟੀਕਲ ਪਾਰਟੀਆਂ ਚੁੱਪ ਕਰਨਗੀਆਂ ਤਾਂ ਫਾਇਦਾ ਸਰਕਾਰ ਨੂੰ ਹੋਣਾ। ਤੇ ਸਭ ਤੋਂ ਵੱਡੀ ਗੱਲ ਹੈ ਜਿਹੜੀ ਕਿ ਸਰਕਾਰ ਤੇ ਪਾਬੰਦੀ ਹੋਈ ਨਹੀਂ, ਉਹ ਫੰਕਸ਼ਨ ਕਰੀ ਜਾ ਰਿਹਾ। ਸਾਰੀ ਗੱਲ ਵਿੱਚੋਂ ਇਹ ਪ੍ਰਭਾਵ ਜਿਹਾ ਜਾਂਦਾ ਹੈਗਾ ਕਿ ਜਿਵੇਂ ਇਹ ਅਕਾਲੀ ਦਲ ਨੂੰ ਰੋਕਣ ਲਈ ਇਹ ਫੈਸਲਾ ਕੀਤਾ ਗਿਆ। ਮੈਂ ਸਮਝਦਾ ਮੇਰੀ ਜ਼ਾਤੀ ਰਾਏ ਹੈ ਤੇ ਰਾਜੇਵਾਲ ਸਾਹਿਬ ਕਿਉਂਕਿ ਸਾਡੇ ਜ਼ਿਲ੍ਹੇ ਦੇ ਵੀ ਆ, ਮੈਂ ਸਮਝਦਾ ਮੇਰਾ ਹੱਕ ਵੀ ਆ ਉਹਨਾਂ 'ਤੇ। ਉਹਨਾਂ ਨੂੰ ਇਹ ਮੈਂ ਜ਼ਰੂਰ ਕਹੂੰਗਾ ਕਿ ਇਹ ਗੱਲਾਂ ਨਾ ਜਿਹੜੀਆਂ ਹੈਗੀਆਂ ਇਹ ਦੀਰਘ ਵਿਚਾਰ ਕਰਨਾ ਚਾਹੀਦਾ। ਤਾਂ ਹਰਜੀਤ ਗਰੇਵਾਲ ਬੀਜੇਪੀ ਆਗੂ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ। ਤਾਂ ਹਰਜੀਤ ਗਰੇਵਾਲ ਜੀ, ਜੋਗਿੰਦਰ ਸਿੰਘ ਉਗਰਾਹਾਂ ਕਹਿੰਦੇ ਨੇ ਕਿ ਅਸੀਂ ਸਿਰਫ ਬੀਜੇਪੀ ਦਾ ਵਿਰੋਧ ਕਰਾਂਗੇ, ਬਾਕੀ ਪਾਰਟੀਆਂ ਨੂੰ ਅਸੀਂ ਉਸ ਕੈਟਾਗਰੀ ਦੇ ਵਿੱਚ ਨਹੀਂ ਰੱਖਦੇ। ਕਿਸ ਤਰ੍ਹਾਂ ਦੇਖਦੇ ਹੋ ਜੋਗਿੰਦਰ ਸਿੰਘ ਉਗਰਾਹਾਂ ਦੇ ਬਿਆਨ ਨੂੰ? ਦੇਖੋ, ਗੱਲ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਜਿਹੜਾ ਇਹਨਾਂ ਨੇ ਤਰੀਕਾ ਪਕੜਿਆ ਹੋਇਆ, ਇਹ ਕੋਈ ਲੋਕਤਾਂਤਰਿਕ ਅੰਦੋਲਨ ਨਹੀਂ ਹੈ। ਇਹ ਲੋਕਤੰਤਰ ਦੇ ਅੰਦਰ ਕਿਸੇ ਨੂੰ ਵੀ ਆਪਣੀ ਐਕਟੀਵਿਟੀ ਕਰਨ ਤੋਂ, ਗੱਲ ਕਹਿਣ ਤੋਂ ਰੋਕਣਾ, ਜੇ ਕਿਸਾਨਾਂ ਨੂੰ ਜਾਂ ਕਿਸਾਨ ਲੀਡਰਾਂ ਨੂੰ ਗੱਲ ਕਹਿਣ ਦਾ ਹੱਕ ਆ ਤਾਂ ਦੂਸਰੇ ਵੀ ਸਾਰਿਆਂ ਨੂੰ ਆਪਣੀ ਗੱਲ ਰੱਖਣ ਦਾ ਤੇ ਕਹਿਣ ਦਾ ਹੱਕ ਆ। ਤੇ ਇਹ ਜਿਹੜਾ ਕੰਮ ਕਰ ਰਹੇ ਆ ਇਹ ਅਨਡੈਮੋਕ੍ਰੈਟਿਕ ਆ ਔਰ ਇਹ ਹੋਣਾ ਨਹੀਂ ਚਾਹੀਦਾ। ਔਰ ਮੈਨੂੰ ਲੱਗਦਾ ਇਹ ਸੋਚ ਸਹੀ ਨਹੀਂ ਹੈ, ਇਹ ਪੰਜਾਬ ਦਾ ਨੁਕਸਾਨ ਕਰਨਗੇ ਔਰ ਦੂਸਰੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਰੋਕਣਾ ਗਲਤ ਆ। ਔਰ ਜਦੋਂ ਸਾਨੂੰ ਰੋਕਦੇ ਸੀ ਤਾਂ ਦੂਸਰੇ ਲੋਕ ਜਿਹੜੇ ਆ ਤਾੜੀ ਵਜਾਉਂਦੇ ਸੀ, ਜਦੋਂ ਹੁਣ ਉਹਨਾਂ ਨੂੰ ਰੋਕਦੇ ਆ ਤਾਂ ਉਹਨਾਂ ਨੂੰ ਇਹਦੀ ਤਕਲੀਫ ਹੋਈ। ਪਰ ਹਰਜੀਤ ਗਰੇਵਾਲ ਜੀ, ਬਿਆਨ ਵੱਖੋ ਵੱਖ ਨੇ। ਇੱਕ ਪਾਸੇ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਹੈ ਕਿ ਸਾਰੀਆਂ ਪਾਰਟੀਆਂ ਗੁਰੇਜ਼ ਕਰਨ, ਪਰ ਜੋਗਿੰਦਰ ਸਿੰਘ ਉਗਰਾਹਾਂ ਇਹਨਾਂ ਸਾਰਿਆਂ ਤੋਂ ਵੱਖਰੇ ਜਾ ਕੇ ਕਹਿੰਦੇ ਨੇ ਕਿ ਸਾਡਾ ਸਿਰਫ ਬੀਜੇਪੀ ਦੇ ਨਾਲ ਸਾਡਾ ਲੈਣਾ ਦੇਣਾ ਹੈ, ਸਾਡੀ ਲੜਾਈ ਬੀਜੇਪੀ ਦੇ ਖਿਲਾਫ ਹੈ, ਅਸੀਂ ਬਾਕੀਆਂ ਨੂੰ ਇਸ ਕੈਟਾਗਰੀ 'ਚ ਨਹੀਂ ਰੱਖਦੇ। ਤਾਂ ਦੋ ਵੱਖੋ ਵੱਖ ਬਿਆਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਪਹਿਲੀ ਗੱਲ ਤਾਂ ਇਹ ਸਮਝੋ ਕਿ ਬੀਜੇਪੀ ਦੇ ਨਾਲ ਲੜਾਈ ਜਿਹੜੀ ਆ ਉਹ ਸਰਕਾਰ ਨਾਲ ਕਹਿ ਸਕਦੇ ਆ। ਬੀਜੇਪੀ ਨਾਲ ਇੱਕ ਸਧਾਰਨ ਵਰਕਰ, ਗਰੀਬ ਵਰਕਰ ਨਾਲ, ਜਿਹੜਾ ਇੱਕ ਛੋਟਾ ਦੁਕਾਨਦਾਰ, ਉਹਦੇ ਨਾਲ ਕੀ ਲੜਾਈ ਆ? ਉਹਦੀ ਦੁਕਾਨ ਬੰਦ ਕਰਕੇ ਇਹਨਾਂ ਦਾ ਕੋਈ ਅੰਦੋਲਨ ਸਫਲ ਹੋ ਜਾਣਾ? ਉਹਦੇ ਨਾਲ ਤਾਂ ਮਾਹੌਲ ਵਿਗਾੜ ਰਹੇ ਆ, ਸਮਾਜ ਦੇ ਅੰਦਰ ਕੜਵਾਹਟ ਵਧਾ ਰਹੇ ਆ, ਉਹ ਨਹੀਂ ਵਧਾਉਣੀ ਚਾਹੀਦੀ। ਔਰ ਬਾਕੀ ਮੈਂ ਦੱਸਾਂ, ਜਿੰਨੀਆਂ ਕਿਸਾਨ ਜਥੇਬੰਦੀਆਂ ਨੇ ਇਹ ਉਗਰਾਹਾਂ ਤੋਂ ਬਿਨਾਂ, ਉਹ 5-5, 7-7 ਕਿਲੋਮੀਟਰ ਦੇ ਵਿੱਚ ਨੇ। ਇਹਨਾਂ ਦੇ ਕੋਈ ਬਹੁਤ ਬੜਾ ਆਧਾਰ ਨਹੀਂ ਹੈ। ਜੇ ਆਧਾਰ ਹੈ ਤਾਂ ਉਗਰਾਹਾਂ ਦਾ ਜ਼ਰੂਰ ਹੈਗਾ ਔਰ ਉਹ ਜਥੇਬੰਦੀ ਵੀ ਹੈ ਔਰ ਉਹਨਾਂ ਦਾ ਥੋੜਾ ਅਨੁਸ਼ਾਸਨ ਵੀ ਹੈਗਾ। ਇਹ ਤਾਂ ਬੇਲਗਾਮ ਘੋੜੇ ਨੇ ਬਾਕੀ ਤਾਂ, ਔਰ ਇਹਨਾਂ ਦਾ ਕੋਈ ਅਨੁਸ਼ਾਸਨ ਨਹੀਂ ਹੈ। ਕੋਈ ਕਿਸੇ ਦੇ ਕੱਪੜੇ ਫਾੜਦੇ, ਕੋਈ ਕਿਸੇ ਦਾ ਕੁਛ ਕਰਦੇ, ਉੱਥੇ ਹੀ ਸਮਰਥਨ ਕਰਨ ਚਲੇ ਜਾਂਦੇ ਆ। ਅਨੁਸ਼ਾਸਨ ਵਾਲੀ ਪਾਰਟੀ ਨੇ ਕਿਹਾ ਹੈ ਕਿ ਬੀਜੇਪੀ ਨੂੰ ਅਸੀਂ ਪ੍ਰਚਾਰ ਨਹੀਂ ਕਰਨ ਦੇਵਾਂਗੇ। ਬਿਲਕੁਲ, ਚਾਹੇ ਦੇਖੋ ਜੋ ਸੱਚਾਈ ਹੁੰਦੀ ਹੈ ਉਹ ਖੁੱਲਣੀ ਚਾਹੀਦੀ ਹੈ। ਤੇ ਜੇ ਉਹਨਾਂ ਨੇ ਕਿਹਾ ਅਸੀਂ ਪ੍ਰਚਾਰ ਨਹੀਂ ਕਰਨ ਦੇਵਾਂਗੇ, ਉਹ ਆਪਣਾ ਕੰਮ ਕਰਨ, ਅਸੀਂ ਆਪਣਾ ਕੰਮ ਕਰਾਂਗੇ। ਸਾਨੂੰ ਕੋਈ ਸ਼ਾਂਤਮਈ ਤਰੀਕੇ ਨਾਲ ਪ੍ਰਚਾਰ ਕਰਨ ਤੋਂ ਨਹੀਂ ਰੋਕ ਸਕਦਾ। ਅਸੀਂ ਆਪਣਾ ਕੰਮ ਕਰ ਰਹੇ ਹਾਂ ਔਰ ਉਹ ਉਹਨਾਂ ਦਾ ਕੰਮ ਆ ਤੇ ਉਹਨਾਂ ਨੇ ਸੋਚਣਾ ਕਿ ਆਪਣੀ ਸੰਗਠਨ ਨੂੰ ਕਿਸ ਤਰ੍ਹਾਂ ਚਲਾਉਣਾ। ਉਹਨਾਂ ਦੀ ਵੈਸੇ ਗੱਲਬਾਤ ਹੁੰਦੀ ਹੈ ਅੱਗੇ ਕਦੇ ਆਪਣੇ ਹਾਈ ਕਮਾਂਡ ਦੇ ਨਾਲ ਜਾਂ ਫਿਰ ਸੈਂਟਰ ਦੇ ਵਿੱਚ ਲੀਡਰਸ ਦੇ ਨਾਲ? ਕਿਉਂਕਿ ਜਾਣਦੇ ਤਾਂ ਸਾਰੇ ਨੇ, ਹਰ ਇੱਕ ਰਿਪੋਰਟ ਉਹਨਾਂ ਦੇ ਕੋਲ ਹੁੰਦੀ ਹੈ। ਤਾਂ ਕਦੇ ਗੱਲਬਾਤ ਹੋਈ ਹੈ ਕਿ ਸਮਾਂ ਬੜਾ ਥੋੜਾ ਰਹਿ ਗਿਆ ਹੈ, ਇਸ ਤਰੀਕੇ ਦੇ ਨਾਲ ਇਸ ਵੇਲੇ ਤਾਂ ਸਾਨੂੰ ਸਟ੍ਰੈਟਜੀ ਬਣਾ ਕੇ ਅਮਲੀ ਜਮਾ ਪਹਿਨਾਉਣਾ ਚਾਹੀਦਾ ਚੀਜ਼ਾਂ ਨੂੰ, ਪਰ ਜਿੱਦਾਂ ਵਿਰੋਧ ਹੋ ਰਿਹਾ ਹੈ, ਅੱਗੇ ਪਲਾਨ ਕੀ ਹੈ ਪਾਰਟੀ ਦਾ? ਕਿਸ ਤਰ੍ਹਾਂ ਜਾਓਗੇ ਲੋਕਾਂ 'ਚ? ਇਸ ਤਰ੍ਹਾਂ ਅੱਜ ਹੀ ਪ੍ਰਦੇਸ਼ ਪ੍ਰਧਾਨ ਜੀ ਦੇ ਨਾਲ ਮੈਂ ਵੀ ਜਾ ਰਿਹਾ। ਅਸੀਂ ਸਾਰੇ ਦਿੱਲੀ ਜਿਹੜੇ ਸੀਨੀਅਰ ਲੀਡਰਸ ਨੇ ਉਹਨਾਂ ਨੂੰ ਬੁਲਾਇਆ ਹੋਇਆ। ਸਾਡੀ ਗੱਲ ਹੁੰਦੀ ਰਹਿੰਦੀ ਹੈ, ਬਾਰ-ਬਾਰ ਹੁੰਦੀ ਹੈ। ਲੀਡਰਸ਼ਿਪ ਨੂੰ ਵੀ ਸਭ ਪਤਾ, ਸਾਨੂੰ ਵੀ ਸਭ ਪਤਾ। ਪਰ ਅਸੀਂ ਇਹਨਾਂ ਦੇ ਇਸ ਤਰ੍ਹਾਂ ਦੇ ਜਿਹੜੇ ਡਿਜ਼ਾਈਨ ਨੇ, ਇਹਨਾਂ ਦੇ ਐਜੂਕੇਸ਼ਨ ਚਲਾਉਣ ਦਾ, ਇਹਨਾਂ ਦਾ ਜਿਹੜਾ ਤਰੀਕਾ, ਉਸ ਤੋਂ ਅਸੀਂ ਘਬਰਾਉਂਦੇ ਨਹੀਂ ਹੈਗੇ। ਇਹ ਚਲਾਉਣ, ਇਹਨਾਂ ਨੂੰ ਉਹ ਕਿਹਾ ਨਾ ਗੁਰੂ ਨਾਨਕ ਦੇਵ ਨੇ, ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਇਹ ਗਲਤ ਤਰੀਕਾ ਕਰ ਰਹੇ ਆ, ਇਹ ਗਲਤ ਹੈ। ਕਿਸੇ ਐਮਐਲਏ ਦੇ ਕੱਪੜੇ ਫਾੜ ਦੇਣਾ, ਮੌਬ ਲਿੰਚਿੰਗ ਕਰਨਾ, ਕੀ ਉਹ ਠੀਕ ਆ? ਕਿ ਕਿਸੇ ਦੀ ਦੁਕਾਨ ਬੰਦ ਕਰਵਾ ਦੇਣਾ ਗਰੀਬ ਆਦਮੀ ਦੀ, ਉਹ ਠੀਕ ਆ? ਇਹ ਇਸ ਤਰ੍ਹਾਂ ਦੇ ਕੰਮ ਕਰ ਰਹੇ ਆ। ਕਿਸੇ ਦੀ ਫਸਲ ਉਜਾੜ ਦੇਣਾ, ਉਹ ਠੀਕ ਆ? ਪੰਜਾਬ ਸਰਕਾਰ ਇਹਦੇ ਚ ਬਿਲਕੁਲ ਭਾਗੀਦਾਰ ਹੈ ਇਸ ਸਾਰੇ ਕੰਮ ਦੇ ਵਿੱਚ। ਕਾਂਗਰਸ ਮਿਲ ਕੇ
ਇਹ ਕਾਂਗਰਸ ਦੇ ਨਾਲ ਮਿਲ ਕੇ ਜਿਹੜੇ ਕਿਸਾਨ ਸੰਗਠਨ ਆ ਪੰਜਾਬ ਦੇ ਇਹ ਇਸ ਅੰਦੋਲਨ ਨੂੰ ਚਲਾ ਰਹੇ ਨੇ ਤੇ ਇਸੇ ਲਈ ਅਕਾਲੀ ਦਲ ਨੂੰ ਵੀ ਪ੍ਰਚਾਰ ਕਰਨ ਤੋਂ ਰੋਕ ਰਹੇ ਆ। ਆਮ ਆਦਮੀ ਪਾਰਟੀ ਇਹਨਾਂ ਨਾਲ ਮਿਲੀ ਹੋਈ ਹੈ, ਕਾਂਗਰਸ ਦੀ ਬੀ ਟੀਮ ਆ, ਇਸ ਕਰਕੇ ਉਹ ਵੀ ਨਾਲ ਖੜੀ ਆ। ਬਾਕੀ ਤਾਂ ਕੋਈ ਪੋਲੀਟੀਕਲ ਪਾਰਟੀ ਹੈ ਨਹੀਂ। ਅੱਜ ਅਸ਼ਵਨੀ ਸ਼ਰਮਾ ਦੇ ਨਾਲ ਤੁਸੀਂ ਮਿਲ ਕੇ ਮੁਲਾਕਾਤ ਕਰਨ ਜਾ ਰਹੇ ਹੋ ਦਿੱਲੀ, ਕਿਹਦੇ ਨਾਲ ਮੁਲਾਕਾਤ ਹੋ ਰਹੀ ਹੈ ਦੱਸ ਸਕਦੇ ਹੋ? ਦੇਖੋ ਇਹ ਅੱਜ ਉੱਥੇ ਲੀਡਰਸ਼ਿਪ ਨੇ ਸਾਨੂੰ ਬੁਲਾਇਆ, ਮੀਟਿੰਗਾਂ ਹੋਣੀਆਂ ਨੇ ਸਾਡੀਆਂ ਤੇ ਕਿਹਦੇ ਨਾਲ ਕੀ ਮੀਟਿੰਗ ਹੋਣੀ ਹੈ ਕੀ ਨਹੀਂ, ਇਹ ਪਾਰਟੀ ਦਾ ਅੰਦਰੂਨੀ ਮਾਮਲਾ ਹੈਗਾ ਤੇ ਇੱਕ ਅਨੁਸ਼ਾਸਨ ਹੁੰਦਾ ਪਾਰਟੀ ਦਾ, ਉਹ ਤਾਂ ਪ੍ਰਧਾਨ ਜੀ ਤੋਂ ਹੀ ਤੁਸੀਂ ਪੁੱਛੋ, ਉਹੀ ਦੱਸਣ ਬਿਹਤਰ ਹੋਏਗਾ। ਹਾਂ ਚਲੋ ਸ਼ੁਕਰੀਆ ਹਰਜੀਤ ਗਰੇਵਾਲ ਜੀ, ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਬੀਜੇਪੀ ਆਗੂ ਹਰਜੀਤ ਗਰੇਵਾਲ ਜਿਨ੍ਹਾਂ ਨੇ ਕਿਹਾ ਕਿ ਅੱਜ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਦੇ ਵਿੱਚ ਇੱਕ ਵਫਦ ਜੋ ਹੈ ਉਹ ਮੁਲਾਕਾਤ ਕਰਨ ਦੇ ਲਈ ਜਾ ਰਿਹਾ ਹੈ। ਹਾਈਕਮਾਨ ਦੇ ਨਾਲ, ਲੀਡਰਸ਼ਿਪ ਦੇ ਨਾਲ, ਕੇਂਦਰੀ ਲੀਡਰਸ਼ਿਪ ਦੇ ਨਾਲ ਮੁਲਾਕਾਤ ਹੋਵੇਗੀ ਕਿਉਂਕਿ ਕਹਿੰਦੇ ਨੇ ਕਿ ਹਾਈਕਮਾਨ ਵੀ ਸਭ ਜਾਣਦੀ ਹੈ, ਲੀਡਰਸ਼ਿਪ ਸੈਂਟਰ ਦੀ ਵੀ ਸਭ ਕੁਝ ਜਾਣਦੀ ਹੈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਬੀਜੇਪੀ ਦਾ ਵਿਰੋਧ ਹੋ ਰਿਹਾ ਹੈ, ਅਜਿਹੇ ਦੇ ਵਿੱਚ ਕੀ ਅੱਜ ਲੀਡਰਸ਼ਿਪ ਦੇ ਨਾਲ ਮਿਲ ਕੇ ਮੁਲਾਕਾਤ ਹੁੰਦੀ ਹੈ, ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ, ਕੀ ਨਵੀਂ ਰਣਨੀਤੀ ਤਿਆਰ ਕੀਤੀ ਜਾਂਦੀ ਹੈ, ਫਿਲਹਾਲ ਦੇਖਣਾ ਹੋਵੇਗਾ। ਪਰ ਬੀਜੇਪੀ ਦੇ ਖਿਲਾਫ ਜਿਸ ਤਰ੍ਹਾਂ ਦਾ ਗੁੱਸਾ ਕਿਸਾਨਾਂ ਦਾ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ, ਅਜਿਹੇ ਚ ਬੀਜੇਪੀ ਦੇ ਲਈ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਪਰ ਸਿਰਫ 4-5 ਮਹੀਨੇ ਇਲੈਕਸ਼ਨ ਦੇ ਵਿੱਚ ਰਹਿ ਗਏ ਨੇ, ਜਿਸ ਲਈ ਹੁਣ ਬੀਜੇਪੀ ਵੀ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ। ਅੱਜ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ ਦੇ ਵਿੱਚ ਵਫਦ ਜਾ ਕੇ ਕੀ ਗੱਲਬਾਤ ਕਰਦਾ ਹੈ ਦਿੱਲੀ ਦੇ ਵਿੱਚ, ਇਹ ਫਿਲਹਾਲ ਦੇਖਣਾ ਹੋਵੇਗਾ। ਤੇ ਉਧਰ ਪੰਜਾਬ ਦੇ ਕਿਸਾਨਾਂ ਨੂੰ ਗੁਰਨਾਮ ਝਡੂਣੀ ਨੇ ਇੱਕ ਵਾਰ ਫਿਰ ਤੋਂ ਸੁਨੇਹਾ ਦਿੱਤਾ ਹੈ, ਇੱਕ ਵਾਰ ਫਿਰ ਤੋਂ ਰਾਗ ਅਲਾਪਿਆ ਹੈ। ਗੁਰਨਾਮ ਝਡੂਣੀ ਨੇ ਕਿਸਾਨਾਂ ਦੀ ਸ਼ਮੂਲੀਅਤ ਦਾ ਇਲੈਕਸ਼ਨ ਦੇ ਵਿੱਚ ਕਿਹਾ ਕਿ ਮਿਸ਼ਨ ਚਲਾ ਕੇ ਰਾਜ ਖੋਹ ਲਵੋ, ਸਿਆਸੀ ਪਾਰਟੀਆਂ ਨੂੰ ਲੰਬੇ ਕਰ ਦੇਵੋ। ਗੁਰਨਾਮ ਝਡੂਣੀ ਨੇ ਹਾਲਾਂਕਿ ਖੁਦ ਚੋਣਾਂ ਲੜਨ ਤੋਂ ਤਾਂ ਇਨਕਾਰ ਕੀਤਾ ਤੇ ਕਿਹਾ ਕਿ ਆਮ ਲੋਕ ਹੀ ਚੋਣਾਂ ਲੜਨਗੇ, ਪਰ ਕਿਸਾਨ ਆਮ ਲੋਕਾਂ ਨੂੰ ਜਿਤਾਉਣ ਦੇ ਲਈ ਮਦਦ ਕਰਨ। ਕਰਨਾਲ ਮੋਰਚੇ ਦੇ ਖਤਮ ਹੋਣ ਤੋਂ ਬਾਅਦ ਸਿਰਸਾ ਦੇ ਵਿੱਚ ਕਿਸਾਨ, ਮਜ਼ਦੂਰ, ਵਪਾਰੀ ਤੇ ਨੌਜਵਾਨਾਂ ਦਾ ਮਹਾ ਸੰਮੇਲਨ ਕਰਵਾਇਆ ਗਿਆ ਸੀ, ਜਿਸ ਵਿੱਚ ਗੁਰਨਾਮ ਝਡੂਣੀ ਦੇ ਨਾਲ ਜੋਗਿੰਦਰ ਸਿੰਘ ਉਗਰਾਹਾਂ ਵੀ ਸ਼ਾਮਿਲ ਹੋਏ ਤੇ ਇਸੇ ਦੌਰਾਨ ਗੁਰਨਾਮ ਝਡੂਣੀ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਕਿਸਾਨ ਲੀਡਰਾਂ ਨੂੰ ਇਹ ਗੱਲ ਆਖੀ ਕਿ ਰਾਜ ਖੋਹ ਲਵੋ, ਮਿਸ਼ਨ ਚਲਾ ਕੇ ਸਰਕਾਰਾਂ ਦੇ ਕੋਲੋਂ, ਸਿਆਸੀ ਪਾर्टियां ਦੇ कोलों। ये कह रहे हैं कि पंजाब में मिशन पंजाब चलाकर और पंजाब में राज्य सरकार से छीन लिया, सभी राजनीतिक पार्टियों से छीन लिया जाए, क्योंकि सभी राजनीतिक पार्टियां जो हैं वो आज तक के किसानों के शोषण की कारण रही हैं। अब हमें कोई हमारी कनपटी में पिस्तौल रख के नहीं लूट रहा, अब कानून बना के लूट रहे हैं, और कानून वो बनाते हैं जो राजनीति में जाते हैं, और राजनीति में वो जाते हैं जो कारपोरेट के दलाल हैं। कारपोरेट के दलालों ਤਾਂ ਉਧਰ ਲੱਖਾ ਸਿਧਾਣਾ ਨੇ ਇਸ ਸਭ ਦੇ ਵਿਚਾਲੇ ਚੋਣਾਂ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਲੱਖਾ ਸਿਧਾਣਾ ਨੇ ਕਿਹਾ ਕਿ ਉਹਨਾਂ ਦੇ ਇਲੈਕਸ਼ਨ ਲੜਨ ਦੀਆਂ ਚਰਚਾਵਾਂ ਨੇ, ਪਰ ਉਹ ਚੋਣਾਂ ਨਹੀਂ ਲੜਨਗੇ। ਉੱਥੇ ਹੀ ਲੱਖਾ ਸਿਧਾਣਾ ਨੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਸਿਆਸਤਦਾਨਾਂ ਦੇ ਨਾਲ ਕੀਤੀ ਗਈ ਮੀਟਿੰਗ ਤੇ ਵੀ ਬਿਆਨ ਦਿੱਤਾ। ਸਿਧਾਣਾ ਨੇ ਕਿਹਾ ਕਿ ਇਹ ਮੀਟਿੰਗ ਲਾਈਵ ਹੋਣੀ ਚਾਹੀਦੀ ਸੀ ਤੇ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਸੀ ਕਿ ਕਿਸਾਨਾਂ ਨੇ ਕੀ ਸਵਾਲ ਕੀਤੇ ਤੇ ਸਿਆਸਤਦਾਨਾਂ ਨੇ ਕੀ ਜਵਾਬ ਦਿੱਤੇ। नहीं भाई, वो तुसी अज मैं फतेहगढ़ साहब की धरती से कल नूं इत्थों कह देंगे मैं इत्थों लड़ रहा हैं, 16 नूं मैं माझे जाना बिल्टोहे लोग कहणगे उत्थों लड़ रहे हैं, कदे मैं बठिंडे हुंदा लोग उत्थों पत्रकार कहंदे उत्थों लड़ रहे हैं। मैं तो कदे गल नहीं की मैं चोण लड़ रहा। हाँ एक गल मैं फिर कहना है, मैं इस गल तो कदे मुनकर नहीं होया पहले दिन तो लैके अज तक कि राजनीतिक बदलाव भी पंजाब जरूरी है। जिथे असीं होर बदलावां दी गल करदे आ, राजनीतिक बदलाव भी होना चाहिए, पर बदलाव होवे चंगे बंदे इकट्ठे होकर बदलाव लैके आउण। हाँ जे पहले ही माड़े एक होर माड़ी धर आके बदलाव ले आउंदी है तो ठीक है। मैं कहना संयुक्त मोर्चे ने जो फैसला लिया बहुत वधिया कि तुसीं जिहड़ा भी रैली करूगा वो साडा विरोधी होਊਗਾ मोर्चे, पर नाल दी नाल एक मैं जरूर कहूँगा कि साडे आगूआं नूं, किसान आगूआं नूं, सियासी बंदिਆਂ ਕੋਲ सवाल रखने चाहिए कि साडे कोले आ सवाल है। बादल को सवाल ने, बादल दे के सवाल है, 5 वारी बादल मुख्य मंत्री रहेगा, वह कितना कार्यकाल है, उन्हें पंजाब लिए की कीता, चंगा कीता किहड़ा माड़ा कीता। कांग्रेस की कितने वारी सरकार आ गई, कैप्टन 2 वारी आ गया, इन्हें की कीता, चंगा कीता, माड़ा कीता। ये सारे सवाल उत्थे लिस्ट वाइज होने चाहिए।